ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਬਾਰੇ 5 ਵੱਡੇ ਐਲਾਨ, 3 ਲੱਖ ਤੋਂ ਵੱਧ ਹੋਏ ਪੀਆਰ, 4 ਸੂਬਿਆਂ ਨੇ ਕੱਢੀ ਇਮੀਗ੍ਰੇਸ਼ਨ ਦੇ ਡਰਾਅ, ਪੀਐਨਪੀ ਡਰਾਅ ਤਹਿਤ ਮਿਲੇ ਕਈਆਂ ਨੂੰ ਸੱਦੇ। ਆਇਲ ਰਿਫਾਈਨਰੀ ਵਿੱਚ ਵੱਡਾ ਧਮਾਕਾ, 8 ਜਾਣੇ ਹੋਏ ਜ਼ਖਮੀ। ਨਾਸਾ ਦੇ ਰਾਕੇਟ ਦਾ ਫਿਊਲ ਹੋਇਆ ਲੀਕ, ਚੰਦ ਤੱਕ ਰਾਕੇਟ ਭੇਜਣ ਦੀ ਸੀ ਕੋਸ਼ਿਸ਼। ਇਮੀਗ੍ਰੇਸ਼ਨ ਨਾਲ ਜੁੜੇ ਹੋਏ 5 ਵੱਡੇ ਐਲਾਨ ਕੀਤੇ ਗਏ। ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ ਕਿ ਇਮੀਗ੍ਰੇਸ਼ਨ ਦੀ ਪ੍ਰੋਸੈਸਿੰਗ ਦੇ ਵਿੱਚ ਸੁਧਾਰ ਕਿਵੇਂ ਲਿਆਂਦਾ ਜਾਵੇਗਾ। ਦੱਸ ਦਈਏ ਕਿ ਲਗਾਤਾਰ ਬੈਕਲੌਗ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ 3 ਲੱਖ ਦੇ ਕਰੀਬ ਲੋਕਾਂ ਨੂੰ ਪੀਆਰ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਇਮੀਗ੍ਰੇਸ਼ਨ ਦਾ ਜਿਹੜਾ ਪੂਰਾ ਪ੍ਰੋਸੈਸ ਹੈ ਉਸ ਨੂੰ ਡਿਜੀਟਲਾਈਜ਼ ਕਿਵੇਂ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਦੇ ਸਿਸਟਮ ਵਿੱਚ ਹੁਣ ਫੈਡਰਲ ਸਰਕਾਰ ਵੱਲੋਂ ਸੁਧਾਰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਬਾਰੇ ਉਨ੍ਹਾਂ ਨੇ 5 ਵੱਡੇ ਐਲਾਨ ਕੀਤੇ ਤੇ ਦੱਸਿਆ ਕਿ ਇਮੀਗ੍ਰੇਸ਼ਨ ਸਿਸਟਮ ਵਿੱਚ ਸੁਧਾਰ ਕਿਵੇਂ ਆਏਗਾ। ਦੱਸਿਏ ਕਿ ਕੈਨੇਡੀਅਨ ਸਰਕਾਰ ਲਗਾਤਾਰ ਵਧ ਰਹੇ ਬੈਕਲੌਗ ਦੇ ਉੱਪਰ ਜ਼ੋਰ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਇਸ ਬਾਰੇ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ। ਹੁਣ ਇਮੀਗ੍ਰੇਸ਼ਨ ਮੰਤਰੀ ਦਾ ਇਸ ਸਭ ਬਾਰੇ ਕਹਿਣਾ ਹੈ ਕਿ ਉਹਨਾਂ ਵੱਲੋਂ ਤਰੀਕਾ ਲੱਭਿਆ ਜਾ ਰਿਹਾ ਹੈ ਕਿ ਕਿਵੇਂ ਸਾਰੀਆਂ ਚੀਜ਼ਾਂ ਡਿਜੀਟਲਾਈਜ਼ ਤੇ ਮਾਡਰਨਾਈਜ਼ ਕੀਤੀਆਂ ਜਾਣ। ਅਗਸਤ 22 ਤੱਕ ਕੈਨੇਡਾ ਸਰਕਾਰ ਵੱਲੋਂ 3 ਲੱਖ ਪੀਆਰ ਦਾ ਸਵਾਗਤ ਕੀਤਾ ਗਿਆ, ਜੋ ਕਿ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਵੱਧ ਅੰਕੜਾ ਦਰਜ ਕੀਤਾ ਗਿਆ। ਸਾਲ 2022 ਦੇ ਵਿੱਚ ਟਾਰਗੇਟ 4,31,000 ਪੀਆਰ ਦਾ ਰੱਖਿਆ ਗਿਆ ਹੈ। ਹੁਣ IRCC ਵੱਲੋਂ ਟੈਲੀਫੋਨ ਤੇ ਵੀਡੀਓ ਇੰਟਰਵਿਊਜ਼ ਲਈਆਂ ਜਾ ਰਹੀਆਂ ਹਨ। ਦੱਸਦੀਏ ਕਿ ਸਾਲ 2021 ਦੌਰਾਨ 69,000 ਤੋਂ ਵੱਧ ਸਪਾਊਸ ਪਾਰਟਨਰ ਤੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਸੀ। ਹਾਲ ਹੀ 'ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਪੀਆਰ ਦੀਆਂ ਸਾਰੀਆਂ ਅਰਜ਼ੀਆਂ ਆਨਲਾਈਨ ਕੀਤੀਆਂ ਜਾਣਗੀਆਂ। ਭਾਵ ਕਿ ਜਿਨ੍ਹਾਂ ਨੇ ਵੀ ਵੀਜ਼ਾ ਵਾਸਤੇ ਅਪਲਾਈ ਕਰਨਾ ਹੈ, ਪੀਆਰ ਦੇ ਇਹਨਾਂ ਪ੍ਰੋਗਰਾਮਾਂ ਵਾਸਤੇ ਉਹਨਾਂ ਨੂੰ ਅਪਲਾਈ ਆਨਲਾਈਨ ਕਰਨਾ ਪਵੇਗਾ। ਤੇ ਜੇਕਰ ਕੋਈ ਆਫਲਾਈਨ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਇਸ ਵਾਸਤੇ ਉਸ ਨੂੰ ਖਾਸ ਇਜਾਜ਼ਤ ਲੈਣ ਦੀ ਜ਼ਰੂਰਤ ਹੋਵੇਗੀ। ਇਮੀਗ੍ਰੇਸ਼ਨ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਨਵੇਂ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ ਤਾਂ ਕਿ ਜਲਦ ਬੈਕਲੌਗ ਦਾ ਨਿਪਟਾਰਾ ਕਰ ਲਿਆ ਜਾਵੇ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਬਾਰੇ ਜਾਣਕਾਰੀ ਸਾਹਮਣੇ ਆਈ। ਇਹਨਾਂ 4 ਸੂਬਿਆਂ ਵੱਲੋਂ ਪੀਐਨਪੀ ਡਰਾਅ ਕੱਢੇ ਗਏ। ਸਸਕੈਚੁਆਨ ਵੱਲੋਂ ਵੱਡੇ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਨੇ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ। ਇਹਨਾਂ 4 ਸੂਬਿਆਂ ਵੱਲੋਂ ਇਮੀਗ੍ਰੇਸ਼ਨ ਦੇ ਡਰਾਅ ਕੱਢੇ ਗਏ। ਸਸਕੈਚੁਆਨ ਸੂਬੇ ਵੱਲੋਂ ਵੱਡਾ ਡਰਾਅ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਨੇ। ਓਨਟਾਰੀਓ ਸੂਬੇ ਵੱਲੋਂ 600 ਤੋਂ ਵੱਧ ਸੱਦੇ ਜਾਰੀ ਕੀਤੇ ਗਏ ਨੇ। ਦੱਸ ਦਈਏ ਕਿ ਸਸਕੈਚੁਆਨ, ਓਨਟਾਰੀਓ, ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਪੀਐਨਪੀ ਡਰਾਅ ਦੇ ਨਤੀਜੇ ਐਲਾਨ ਕੀਤੇ ਗਏ, ਜਿੱਥੇ ਇਹਨਾਂ ਸੂਬਿਆਂ ਵੱਲੋਂ ਦੱਸਿਆ ਗਿਆ ਕਿ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹੁਣ ਤੱਕ ਜਾਰੀ ਕੀਤੇ ਗਏ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਸਕੈਚੁਆਨ ਸੂਬੇ ਦੀ, ਜਿੱਥੇ ਵੱਡੇ ਡਰਾਅ ਦਾ ਐਲਾਨ ਕੀਤਾ ਗਿਆ। ਡਰਾਅ 1 ਸਤੰਬਰ ਨੂੰ ਕੱਢਿਆ ਗਿਆ, ਜਿੱਥੇ 941 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਹ ਉਮੀਦਵਾਰ ਆਕੂਪੇਸ਼ਨ ਇਨ ਡਿਮਾਂਡ ਕੈਟੇਗਰੀਜ਼ ਨਾਲ ਸੰਬੰਧਿਤ ਸਨ, ਜਿੱਥੇ ਉਨ੍ਹਾਂ ਨੂੰ ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਜ਼ਰੀਏ ਇਨਵੀਟੇਸ਼ਨ ਹਾਸਿਲ ਹੋਏ। ਸੂਬੇ ਵੱਲੋਂ 312 ਸੱਦੇ ਉਨ੍ਹਾਂ ਉਮੀਦਵਾਰਾਂ ਨੂੰ ਦਿੱਤੇ ਜਿਹੜੇ ਐਕਸਪ੍ਰੈਸ ਐਂਟਰੀ ਕੈਟੇਗਰੀ ਅਤੇ 629 ਉਨ੍ਹਾਂ ਨੂੰ ਜਿਹੜੇ ਆਕੂਪੇਸ਼ਨ ਇਨ ਡਿਮਾਂਡ ਕੈਟੇਗਰੀ ਦੇ ਨਾਲ ਸੰਬੰਧਿਤ ਸਨ। ਇਨ੍ਹਾਂ ਡਰਾਅ ਤਹਿਤ ਉਮੀਦਵਾਰਾਂ ਕੋਲ 61 ਸਕੋਰਸ ਹੋਣੇ ਜ਼ਰੂਰੀ ਰਹੇ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਦੌਰਾਨ ਸੂਬੇ ਵੱਲੋਂ 4 ਡਰਾਅ ਕੱਢੇ ਗਏ ਸਨ, ਜਿਸ ਵਿੱਚ ਹਰ ਵਾਰ 200 ਦੇ ਕਰੀਬ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ। ਹੁਣ ਗੱਲ ਕਰਦੇ ਹਾਂ ਓਨਟਾਰੀਓ ਸੂਬੇ ਦੀ। ਓਨਟਾਰੀਓ ਸੂਬੇ ਵੱਲੋਂ 30 ਅਗਸਤ ਨੂੰ ਡਰਾਅ ਕੱਢਿਆ ਗਿਆ, ਜਿਸ ਵਿੱਚ 680 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। 2 ਸਟਰੀਮ ਅਧੀਨ ਸੂਬੇ ਵੱਲੋਂ 1 ਜੁਲਾਈ ਤੋਂ ਬਾਅਦ ਹੁਣ ਇਹ ਡਰਾਅ ਕੱਢਿਆ ਗਿਆ, ਜਿੱਥੇ ਮਾਸਟਰਸ ਗ੍ਰੈਜੂਏਟ ਸਟਰੀਮ ਅਧੀਨ ਜਿਹੜੀ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਉਹਨਾਂ ਵਾਸਤੇ 37 ਸਕੋਰਸ ਦੀ ਜ਼ਰੂਰਤ ਰਹੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਪੀਐਨਪੀ ਡਰਾਅ ਕੱਢਿਆ ਗਿਆ, ਜਿਸ ਵਿੱਚ 254 ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਮੌਕਾ ਮਿਲਿਆ ਹੈ। ਇਸ ਡਰਾਅ ਦਾ ਐਲਾਨ ਸੂਬੇ ਵੱਲੋਂ 30 ਅਗਸਤ ਨੂੰ ਕੀਤਾ ਗਿਆ। ਆਮ ਤੌਰ ਦੇ ਉੱਪਰ ਬ੍ਰਿਟਿਸ਼ ਕੋਲੰਬੀਆ ਵੱਲੋਂ ਹਰ ਹਫ਼ਤੇ ਡਰਾਅ ਕੱਢਿਆ ਜਾਂਦਾ ਹੈ। ਸੂਬੇ ਵੱਲੋਂ ਜੋ ਸੱਦੇ ਜਾਰੀ ਕੀਤੇ ਗਏ ਉਸ ਵਿੱਚ ਜ਼ਿਆਦਾਤਰ ਉਮੀਦਵਾਰ ਜਾਣੀ ਕਿ 207 ਉਮੀਦਵਾਰ ਟੈਕ ਆਕੂਪੇਸ਼ਨ ਨਾਲ ਜੁੜੇ ਸਨ। ਇਸ ਤੋਂ ਇਲਾਵਾ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਕੈਟੇਗਰੀਜ਼ ਅਧੀਨ ਵੀ ਇਨਵੀਟੇਸ਼ਨ ਮਿਲੇ। ਇਸ ਵਿੱਚ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਡਰਾਅ ਦੇ ਵਿੱਚ ਐਂਟਰੀ ਲੈਵਲ ਤੇ ਸੈਮੀ ਸਕਿਲਡ ਕੈਂਡੀਡੇਟਸ ਵੀ ਸ਼ਾਮਿਲ ਸਨ। ਸਕੋਰਸ 95 ਦੀ ਇਹਨਾਂ ਉਮੀਦਵਾਰਾਂ ਨੂੰ ਜ਼ਰੂਰਤ ਰਹੀ।
ਇਸ ਤੋਂ ਇਲਾਵਾ ਸੂਬੇ ਨੇ ਜਾਣਕਾਰੀ ਦਿੱਤੀ ਹੈ ਕਿ 29 ਸੱਦੀ ਚਾਈਲਡਹੁੱਡ ਐਜੂਕੇਟਰਸ ਅਤੇ ਅਸਿਸਟੈਂਟਸ ਨੂੰ ਦਿੱਤੇ ਗਏ ਉਨ੍ਹਾਂ ਵਾਸਤੇ 60 ਪੁਆਇੰਟਸ ਜ਼ਰੂਰੀ ਰਹੇ। 13 ਹੈਲਥ ਕੇਅਰ ਵਰਕਰਸ ਨੂੰ ਤੇ 60 ਪੁਆਇੰਟਸ ਦੀ ਜ਼ਰੂਰਤ ਰਹੀ। 5 ਹੈਲਥ ਕੇਅਰ ਅਸਿਸਟੈਂਟਸ ਨੂੰ ਜਿਨ੍ਹਾਂ ਵਾਸਤੇ 60 ਪੁਆਇੰਟਸ ਦੀ ਜ਼ਰੂਰਤ ਸੀ। ਬਾਕੀ ਪ੍ਰਾਇਓਰਿਟੀ ਆਕੂਪੇਸ਼ਨਸ ਨੂੰ ਜਿਨ੍ਹਾਂ ਵਾਸਤੇ 60 ਪੁਆਇੰਟਸ ਦੀ ਜ਼ਰੂਰਤ ਸੀ। ਇਸ ਤੋਂ ਇਲਾਵਾ ਮੈਨੀਟੋਬਾ ਸੂਬੇ ਵੱਲੋਂ ਵੀ 26 ਅਗਸਤ ਨੂੰ PNP ਡਰਾਅ ਕੱਢਿਆ ਗਿਆ, ਜਿੱਥੇ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ 353 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। ਮੈਨੀਟੋਬਾ ਸੂਬੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸਕਿਲਡ ਵਰਕਰਸ ਇਨ ਮੈਨੀਟੋਬਾ ਤਹਿਤ 259 ਸੱਦੇ ਜਾਰੀ ਕੀਤੇ ਗਏ ਤੇ ਘੱਟੋ-ਘੱਟ 619 ਸਕੋਰਸ ਦੀ ਜ਼ਰੂਰਤ ਸੀ। ਸਕਿਲਡ ਵਰਕਰਸ ਓਵਰਸੀਜ਼ ਅਧੀਨ 58 ਸੱਦੇ ਜਾਰੀ ਕੀਤੇ ਗਏ, ਘੱਟੋ-ਘੱਟ 708 ਸਕੋਰਸ ਦੀ ਜ਼ਰੂਰਤ ਸੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਧੀਨ 36 ਸੱਦੇ ਜਾਰੀ ਕੀਤੇ ਗਏ ਅਤੇ ਇਸ ਵਾਸਤੇ ਕੋਈ ਵੀ ਸਕੋਰ ਦੀ ਜ਼ਰੂਰਤ ਨਹੀਂ ਰਹੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ 79 ਉਹਨਾਂ ਨੂੰ ਸੱਦੇ ਮਿਲੇ ਜਿਨ੍ਹਾਂ ਦੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਸੀ। ਹੁਣ ਇਮੀਗ੍ਰੇਸ਼ਨ ਬਾਰੇ ਇਹਨਾਂ ਸੂਬਿਆਂ ਤੋਂ ਜਾਣਕਾਰੀ ਸਾਹਮਣੇ ਆਈ ਹੈ ਜੋ ਤੁਹਾਡੇ ਨਾਲ ਇਸ ਖਬਰ ਵਿੱਚ ਸਾਂਝੀ ਕੀਤੀ। ਆਇਲ ਰਿਫਾਈਨਰੀ ਦੇ ਵਿੱਚ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ 8 ਜਾਣੇ ਜ਼ਖਮੀ ਦੱਸੇ ਗਏ। ਇਹ ਆਇਲ ਰਿਫਾਈਨਰੀ ਨਿਊ ਫਾਊਂਡਲੈਂਡ ਦੇ ਵਿੱਚ ਹੈ ਜਿਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤੇਲ ਰਿਫਾਈਨਰੀ ਦੇ ਵਿੱਚ ਧਮਾਕਾ ਹੋਇਆ ਜਿਸ ਤੋਂ ਬਾਅਦ 8 ਜਾਣਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। RCMP ਵੱਲੋਂ ਨਿਊ ਫਾਊਂਡਲੈਂਡ ਆਇਲ ਰਿਫਾਈਨਰੀ ਦੇ ਵਿੱਚ ਜੋ ਧਮਾਕਾ ਹੋਇਆ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਡਿਟੇਲ ਸਾਂਝੀ ਕਰਦਿਆਂ ਦੱਸਿਆ ਕਿ ਇਹ ਘਟਨਾ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਨਾਲ ਸੰਬੰਧਿਤ ਹੈ, ਜਿੱਥੇ ਸਟ੍ਰੀਟ ਜੌਨਸ ਦੇ 150 ਕਿਲੋਮੀਟਰ ਦੇ ਵੈਸਟ ਵੱਲ ਜੋ ਰਿਫਾਈਨਰੀ ਸਥਿਤ ਹੈ ਉੱਥੇ ਧਮਾਕਾ ਹੋਇਆ। RCMP ਦੇ ਦੱਸਣ ਮੁਤਾਬਕ ਕੁਝ ਲੋਕ ਇਸ ਧਮਾਕੇ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ, ਪਰ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਕਿੰਨੇ ਜਾਣੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਜਿਸ ਰਿਫਾਈਨਰੀ ਦੇ ਵਿੱਚ ਧਮਾਕਾ ਹੋਇਆ ਹੈ ਉੱਥੋਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਵਿੱਚ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰ ਉਹ ਚੀਜ਼ ਕਰਾਂਗੇ ਤਾਂ ਕਿ ਅਸੀਂ ਜਾਂਚ ਵਿੱਚ ਮਦਦ ਕਰ ਸਕੀਏ। ਦੱਸ ਦਈਏ ਕਿ ਇਸ ਸ਼ਹਿਰ ਵਿੱਚ ਇਹ ਰਿਫਾਈਨਰੀ ਕਈਆਂ ਵਾਸਤੇ ਰੋਜ਼ਗਾਰ ਦਾ ਮੁੱਖ ਜ਼ਰੀਆ ਹੈ। ਹੁਣ ਲੋਕਲ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰਿਫਾਈਨਰੀ ਤੋਂ ਦੂਰ ਹੀ ਰਹਿਣ ਤੇ ਉਹਨਾਂ ਨੂੰ ਜਾਂਚ ਕਰਨ ਦੇ ਵਿੱਚ ਸਹਾਇਤਾ ਦਿੱਤੀ ਜਾਵੇ। ਇਸ ਤੋਂ ਇਲਾਵਾ ਪ੍ਰੀਮੀਅਰ ਵੱਲੋਂ ਵੀ ਇਸ ਮਾਮਲੇ ਸੰਬੰਧੀ ਟਵੀਟ ਕੀਤਾ ਗਿਆ ਤੇ ਉਹਨਾਂ ਨੇ ਪੀੜਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਇਸ ਤੋਂ ਇਲਾਵਾ ਫੈਡਰਲ ਮੰਤਰੀ ਵੱਲੋਂ ਵੀ ਇਸ ਮਾਮਲੇ ਸੰਬੰਧੀ ਟਵੀਟ ਕੀਤਾ ਗਿਆ। ਹੁਣ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅਜੇ ਤੱਕ ਉਹਨਾਂ ਵੱਲੋਂ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਤੇ ਨਾ ਹੀ ਦੱਸਿਆ ਗਿਆ ਕਿ ਕਿੰਨੇ ਜਾਣੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਸਿਰਫ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਧਮਾਕੇ ਵਿੱਚ 8 ਜਾਣੇ ਜ਼ਖਮੀ ਹੋਏ ਨੇ। ਨਾਸਾ ਵੱਲੋਂ ਦੂਸਰੀ ਵਾਰ ਚੰਦ ਤੱਕ ਰਾਕੇਟ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਨਾਕਾਮਯਾਬ ਰਹੀ ਕਿਉਂਕਿ ਰਾਕੇਟ ਦਾ ਫਿਊਲ ਲੀਕ ਕਰ ਗਿਆ। ਇਸ ਦੂਸਰੀ ਕੋਸ਼ਿਸ਼ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਸ ਨੂੰ ਅੱਗੇ ਪੋਸਟਪੋਨ ਕਰ ਦਿੱਤਾ ਗਿਆ, ਜਿਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਨਾਸਾ ਦੇ ਰਾਕੇਟ 'ਚੋਂ ਫਿਊਲ ਲੀਕ ਹੋ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਚੰਦ ਤੱਕ ਜਾਣ ਦੀ ਆਪਣੀ ਦੂਸਰੀ ਕੋਸ਼ਿਸ਼ ਨੂੰ ਵੀ ਅੱਗੇ ਪੋਸਟਪੋਨ ਕਰ ਦਿੱਤਾ ਹੈ। ਹੁਣ ਖੁਦ ਨਾਸਾ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਰਾਕੇਟ ਦੇ ਵਿੱਚ ਫਿਊਲ ਲੀਕ ਬਾਰੇ ਦੱਸਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਚੰਦ ਤੱਕ ਜਾਣ ਦੀ ਆਪਣੀ ਕੋਸ਼ਿਸ਼ ਨੂੰ ਅੱਗੇ ਪਾ ਦਿੱਤਾ। ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ ਪਹਿਲੀ ਵਾਰ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਦੌਰਾਨ ਵੀ ਕਿਸੇ ਖਰਾਬੀ ਕਾਰਨ ਇਸ ਨੂੰ ਅੱਗੇ ਪਾਇਆ ਗਿਆ। ਦੱਸ ਦਈਏ ਕਿ ਨਾਸਾ ਆਪਣੇ ਕ੍ਰਿਊ ਕੈਪਸੂਲ ਨੂੰ ਚੰਦ ਵੱਲ ਭੇਜਣਾ ਚਾਹੁੰਦਾ ਹੈ। ਜੇਕਰ 5 ਹਫ਼ਤਿਆਂ ਦਾ ਡੈਮੋ ਪੂਰੀ ਤਰ੍ਹਾਂ ਸਫਲ ਰਹਿੰਦਾ ਹੈ ਤਾਂ ਉਸ ਤੋਂ ਬਾਅਦ ਐਸਟਰੋਨੌਟਸ ਵੀ ਭੇਜੇ ਜਾਣਗੇ। ਪਰ ਨਾਸਾ ਵੱਲੋਂ ਇਸ ਦੇ ਬਾਰੇ ਹੋਰ ਕੀ ਡਿਟੇਲ ਸਾਂਝੀ ਕੀਤੀ ਗਈ ਤੁਹਾਨੂੰ ਸੁਣਾਉਂਦੇ ਹਾਂ। This is a test flight, right? And so while I feel very good about our procedures, when you look the team in the eye, they're ready. We can't control the weather. And so on any given day, there is risk that we'll be able to get off. I think what I kind of am looking at is our team is ready. They are getting better with every attempt and actually performed superbly during launch countdown number 1. So in my mind, I think if the conditions with weather and the hardware align, we'll absolutely go. And we have the right team at kind of the right time. So in those statistics, right, those probabilities go way up if we get 2 attempts off before the end of this window. ontario ਦੇ ਹਾਈਵੇ ਦੇ ਉੱਪਰ ਇੱਕ ਵਾਹਨ ਦੌੜਦਾ ਹੋਇਆ ਦਿਖਾਈ ਦਿੱਤਾ ਜਿਸ ਵਿੱਚ ਡਰਾਈਵਰ ਸੁੱਤਾ ਪਿਆ ਸੀ।
ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਗਈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਟੈਸਲਾ ਦਾ ਡਰਾਈਵਰ ਕਿਵੇਂ ਆਰਾਮ ਦੇ ਨਾਲ ਆਪਣੀ ਗੱਡੀ ਵਿੱਚ ਸੁੱਤਾ ਪਿਆ ਸੀ ਤੇ ਗੱਡੀ ਚੱਲ ਰਹੀ ਸੀ। ਓਨਟਾਰੀਓ ਦੇ ਹਾਈਵੇ ਦੇ ਉੱਪਰ ਕੁਝ ਅਜਿਹਾ ਦਿਖਾਈ ਦਿੱਤਾ ਜਿਸ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ। ਇੱਥੇ ਵਾਹਨ ਵਿੱਚ ਬੈਠਾ ਹੋਇਆ ਡਰਾਈਵਰ ਸੌਂ ਰਿਹਾ ਸੀ ਤੇ ਗੱਡੀ ਚੱਲ ਰਹੀ ਸੀ। ਇਸ ਦੀ ਵੀਡੀਓ ਆਸ-ਪਾਸ ਜਿਹੜੇ ਲੋਕ ਜਾ ਰਹੇ ਸਨ ਉਹਨਾਂ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਈ ਤੇ ਸੋਸ਼ਲ ਮੀਡੀਆ ਉੱਪਰ ਵੀ ਹੁਣ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੱਡੀ ਚੱਲ ਰਹੀ ਹੈ ਤੇ ਟੈਸਲਾ ਦਾ ਡਰਾਈਵਰ ਆਰਾਮ ਦੇ ਨਾਲ ਸੀਟ ਪਿੱਛੇ ਨੂੰ ਕਰਕੇ ਸੁੱਤਾ ਪਿਆ ਹੈ। ਇਸ ਵੀਡੀਓ ਨੂੰ ਲੈਜ਼ਰ ਨਾਮ ਦੇ ਇੱਕ ਵਿਅਕਤੀ ਵੱਲੋਂ ਆਪਣੇ ਇੰਸਟਾਗ੍ਰਾਮ ਦੇ ਉੱਪਰ ਸਾਂਝਾ ਕੀਤਾ ਗਿਆ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਟੈਸਲਾ ਡਰਾਈਵਰ ਦੀਆਂ ਅੱਖਾਂ ਬੰਦ ਨੇ, ਸੀਟ ਰੈਕਲਾਈਨ ਕੀਤੀ ਹੈ ਤੇ ਆਰਾਮ ਨਾਲ ਸੌਂ ਰਿਹਾ ਹੈ। ਲੈਜ਼ਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਹ ਵੇਲਾ 7 ਵਜੇ ਦਾ ਸੀ, ਜਿਸ ਦੌਰਾਨ ਉਹ ਕੁਈਨ ਐਲਿਜ਼ਾਬੈਥ ਵੇ ਦੇ ਕੋਲ ਡਰਾਈਵ ਕਰ ਰਹੇ ਸਨ। ਪਹਿਲਾਂ ਤਾਂ ਉਹਨਾਂ ਨੂੰ ਲੱਗਿਆ ਕਿ ਉਹ ਪੁਲਿਸ ਨੂੰ ਬੁਲਾ ਲੈਣ, ਪਰ ਵਾਹਨ ਉਹਨਾਂ ਨੂੰ ਠੀਕ ਲੱਗਾ ਤੇ ਉਸ ਦੀ ਲਾਇਸੈਂਸ ਪਲੇਟ ਵੀ ਬਿਲਕੁਲ ਠੀਕ ਸੀ। ਫਿਰ ਉਹਨਾਂ ਨੇ ਦੇਖਿਆ ਕਿ ਕੁਝ ਸਮੇਂ ਬਾਅਦ ਡਰਾਈਵਰ ਦੀ ਅੱਖ ਖੁੱਲ ਗਈ। ਦੱਸ ਦਈਏ ਕਿ ਟੈਸਲਾ ਵੱਲੋਂ ਆਪਣੇ ਵਾਹਨਾਂ ਵਿੱਚ ਆਟੋ ਪਾਇਲਟ ਸਿਸਟਮ ਲਗਾਇਆ ਗਿਆ, ਜਿਸ ਨਾਲ ਡਰਾਈਵਰਸ ਨੂੰ ਮਦਦ ਮਿਲਦੀ ਹੈ। ਹੁਣ ਇਹੀ ਸੀ ਜਿਸ ਤੋਂ ਬਾਅਦ ਓਨਟਾਰੀਓ ਦੀਆਂ ਸੜਕਾਂ ਦੇ ਉੱਪਰ ਗੱਡੀ ਦੌੜਦੀ ਦਿਖਾਈ ਦਿੱਤੀ ਤੇ ਡਰਾਈਵਰ ਸੁੱਤਾ ਪਿਆ ਸੀ। ਐਮਰਜੈਂਸੀ ਐਕਟ ਦੀ ਸੁਣਵਾਈ ਅੱਗੇ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਅਕਤੂਬਰ ਮਹੀਨੇ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਸੰਬੰਧੀ ਸੁਣਵਾਈ ਹੋ ਸਕਦੀ ਹੈ ਤੇ ਕਦੋਂ ਇਸ ਦਾ ਨਿਪਟਾਰਾ ਹੋਵੇਗਾ, ਇਸ ਬਾਰੇ ਵੀ ਡਿਟੇਲ ਸਾਂਝੀ ਕੀਤੀ ਗਈ। ਹੁਣ ਇਸ ਸੁਣਵਾਈ ਨੂੰ ਅੱਗੇ ਕਿਉਂ ਪਾਇਆ ਗਿਆ, ਇਸ ਦਾ ਕਾਰਨ ਵੀ ਸਾਂਝਾ ਕੀਤਾ ਗਿਆ ਹੈ। ਐਮਰਜੈਂਸੀ ਐਕਟ ਦੀ ਵਰਤੋਂ ਸੰਬੰਧੀ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ। ਜੀ ਹਾਂ, ਐਮਰਜੈਂਸੀ ਐਕਟ ਦੀ ਵਰਤੋਂ ਸੰਬੰਧੀ ਕਮਿਸ਼ਨ ਵੱਲੋਂ ਜੋ ਪੁੱਛਗਿੱਛ ਕੀਤੀ ਜਾਣੀ ਸੀ ਉਹ ਅਕਤੂਬਰ ਤੱਕ ਟਾਲ ਦਿੱਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੁਣਵਾਈ 25 ਨਵੰਬਰ ਤੱਕ ਪੂਰੀ ਹੋ ਸਕਦੀ ਹੈ। ਦਰਅਸਲ ਆਟਵਾ ਵਿੱਚ ਵੈਕਸੀਨ ਖਿਲਾਫ ਪ੍ਰਦਰਸ਼ਨ ਹੋਇਆ, ਜਿਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਮਰਜੈਂਸੀ ਐਕਟ ਲਾਗੂ ਕੀਤਾ ਗਿਆ। ਹੁਣ ਇਸ ਸੰਬੰਧੀ ਕਮਿਸ਼ਨ ਦੀ ਸੁਣਵਾਈ 13 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਬਾਰੇ ਨਿਊਜ਼ ਰਿਲੀਜ਼ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਪਬਲਿਕ ਆਰਡਰ ਐਮਰਜੈਂਸੀ ਕਮਿਸ਼ਨ ਦਾ ਕਹਿਣਾ ਹੈ ਕਿ ਕਮਿਸ਼ਨ ਦੀ ਅਗਵਾਈ ਕਰ ਰਹੇ ਚੇਅਰਮੈਨ ਪੌਲ ਦੀ ਸਰਜਰੀ ਦੇ ਚੱਲਦਿਆਂ ਕਾਰਵਾਈ ਨੂੰ ਅੱਗੇ ਮੁਅੱਤਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੌਲ ਨੂੰ ਸਾਲ 2002 ਵਿੱਚ ਓਨਟਾਰੀਓ ਦੀ ਸੁਪੀਰੀਅਰ ਕੋਰਟ ਵਿੱਚ ਜੱਜ ਅਪਾਇੰਟ ਕੀਤਾ ਗਿਆ ਸੀ ਤੇ ਸਾਲ 2015 ਵਿੱਚ ਉਹ ਓਨਟਾਰੀਓ ਕੋਰਟ ਆਫ ਅਪੀਲ ਵਿੱਚ ਸ਼ਾਮਲ ਹੋ ਗਏ। ਸਟੇਟਮੈਂਟ ਰਾਹੀਂ ਆਪਣੇ ਵਿਚਾਰ ਪੌਲ ਵੱਲੋਂ ਰੱਖੇ ਗਏ। ਉਨ੍ਹਾਂ ਕਿਹਾ ਕਿ ਮੈਂ ਕੈਨੇਡੀਅਨਸ ਨੂੰ ਕਮਿਸ਼ਨ ਦੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਦਾ ਭਰੋਸਾ ਦਿਵਾਉਣਾ ਚਾਹੁੰਦਾ ਹਾਂ। ਉਹ ਕਹਿੰਦੇ ਨੇ ਕਿ ਕਮਿਸ਼ਨ ਸਟਾਫ ਨੇ ਸਾਰੀਆਂ ਧਿਰਾਂ ਦੇ ਸਹਿਯੋਗ ਨਾਲ ਪਿਛਲੇ ਕਈ ਹਫ਼ਤਿਆਂ ਵਿੱਚ ਡਾਕੂਮੈਂਟਸ ਨੂੰ ਪ੍ਰਾਪਤ ਕੀਤਾ, ਰਿਵਿਊ ਕੀਤਾ ਅਤੇ ਜਨਤਕ ਸੁਣਵਾਈ ਦੀ ਸ਼ੁਰੂਆਤ ਦੀ ਤਿਆਰੀ ਵਿੱਚ ਇੱਕ ਮਹੱਤਵਪੂਰਨ ਤਰੱਕੀ ਕੀਤੀ ਹੈ। ਉਹ ਕਹਿੰਦੇ ਨੇ ਕਿ ਮੇਰੀ ਸਰਜਰੀ ਦੇ ਕਾਰਨ ਮੁੱਢਲੀ ਯੋਜਨਾ ਮੁਤਾਬਕ ਸੁਣਵਾਈ ਕਰਨਾ ਸੰਭਵ ਨਹੀਂ ਹੋਵੇਗਾ। ਮੈਂ ਸਾਰੇ ਮੈਂਬਰਸ ਦਾ ਇਸ ਮਾਮਲੇ ਨੂੰ ਸੁਲਝਾਉਣ ਵਾਸਤੇ ਅਤੇ ਸਮਝਣ ਵਾਸਤੇ ਧੰਨਵਾਦ ਕਰਦਾ ਹਾਂ। ਦੱਸ ਦਈਏ ਕਿ ਜਾਂਚ 19 ਸਤੰਬਰ ਨੂੰ ਸ਼ੁਰੂ ਹੋ ਕੇ 28 ਅਕਤੂਬਰ ਤੱਕ ਚੱਲਣੀ ਸੀ। ਹੁਣ ਜਨਤਕ ਸੁਣਵਾਈ 25 ਨਵੰਬਰ ਤੱਕ ਪੂਰੀ ਹੋਣ ਦੀ ਉਮੀਦ ਹੈ। ਪਾਰਲੀਮੈਂਟ ਦੇ ਦੋਵੇਂ ਸਦਨਾਂ ਵਿੱਚ 18 ਫਰਵਰੀ ਸਾਲ 2023 ਤੱਕ ਇਸ ਬਾਰੇ ਰਿਪੋਰਟ ਪੇਸ਼ ਕਰਨੀ ਜ਼ਰੂਰੀ ਹੈ। 14 ਫਰਵਰੀ ਨੂੰ ਇਸ ਐਕਟ ਨੂੰ ਲਾਗੂ ਕਰਨ ਦਾ ਸਰਕਾਰ ਦਾ ਫੈਸਲਾ ਕਾਫੀ ਵਿਵਾਦ ਦਾ ਸਾਹਮਣਾ ਕਰ ਰਿਹਾ ਸੀ। 1988 ਵਿੱਚ ਸੰਸਦ ਦੁਆਰਾ ਪਾਸ ਕੀਤੇ ਜਾਣ ਤੋਂ ਬਾਅਦ ਇਸ ਐਕਟ ਦੀ ਕਦੇ ਵਰਤੋਂ ਨਹੀਂ ਕੀਤੀ ਗਈ। ਇਸ ਐਕਟ ਨੇ ਅਧਿਕਾਰੀਆਂ ਨੂੰ ਅਸਥਾਈ ਸ਼ਕਤੀਆਂ ਦਿੱਤੀਆਂ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਦੇ ਬੈਂਕ ਖਾਤੇ ਅਤੇ ਕ੍ਰੈਡਿਟ ਕਾਰਡਸ ਨੂੰ ਫਰੀਜ਼ ਕਰਨ ਦੀ ਯੋਜਨਾ ਵੀ ਸ਼ਾਮਿਲ ਸੀ। ਵਾਹਨ ਹਾਦਸੇ ਦੀ ਜਾਣਕਾਰੀ ਸਾਹਮਣੇ ਆਈ, ਜਿੱਥੇ ਰਾਹਗੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਰਾਹਗੀਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖਬਰ ਟੋਰਾਂਟੋ ਤੋਂ ਸਾਹਮਣੇ ਆਈ ਹੈ, ਜਿੱਥੇ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਰਾਹਗੀਰ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ। ਟੋਰਾਂਟੋ ਪੁਲਿਸ ਵੱਲੋਂ ਹੁਣ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਇਹ ਹਾਦਸਾ ਯੋਂਗ ਸਟਰੀਟ ਨੇੜੇ ਵਾਪਰਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਵੇਲੇ ਉਹ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਥੇ ਇੱਕ ਵਿਅਕਤੀ ਗੰਭੀਰ ਜ਼ਖਮੀ ਸੀ, ਜਿਸ ਨੂੰ ਜ਼ਖਮੀ ਹਾਲਤ ਵਿੱਚ ਟਰਾਮਾ ਸੈਂਟਰ ਭਰਤੀ ਕਰਵਾਇਆ ਗਿਆ। ਇਸ ਗੱਲ ਦੀ ਪੁਸ਼ਟੀ ਟੋਰਾਂਟੋ ਪੈਰਾਮੈਡਿਕਸ ਵੱਲੋਂ ਕੀਤੀ ਗਈ ਹੈ। ਇਸ ਮਾਮਲੇ ਵਿੱਚ ਕੋਈ ਹੋਰ ਪੇਸ਼ੈਂਟ ਵੀ ਇਨਵੋਲਵ ਹੋਇਆ ਹੈ। ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਪੈਰਾਮੈਡਿਕਸ ਵੱਲੋਂ ਅਜੇ ਸਿਰਫ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਖਮੀ ਹਾਲਤ ਵਿੱਚ ਇੱਕ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨ ਪਤਾ ਲਗਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਇਨਵੈਸਟੀਗੇਸ਼ਨ ਅਜੇ ਜਾਰੀ ਹੈ। ਪੀੜਤ ਦੀ ਪਹਿਚਾਣ ਵੀ ਪੁਲਿਸ ਅਧਿਕਾਰੀਆਂ ਵੱਲੋਂ ਜਨਤਕ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਬਾਕੀ ਦੀ ਜਾਣਕਾਰੀ ਵਧੇਰੇ ਜਾਂਚ ਪੜਤਾਲ ਕਰਨ ਤੋਂ ਬਾਅਦ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਵਾਹਨ ਹਾਦਸਾ ਵਾਪਰਿਆ ਜਿਸ ਵਿੱਚ 2 ਜਾਣੇ ਜ਼ਖਮੀ ਹੋਏ ਨੇ। ਪੁਲਿਸ ਅਧਿਕਾਰੀਆਂ ਵੱਲੋਂ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾਰਥ ਯਾਰਕ ਦੇ ਵਿੱਚ ਹਾਦਸਾ ਵਾਪਰਿਆ ਜਿਸ ਦੌਰਾਨ 2 ਜਾਣੇ ਜ਼ਖਮੀ ਹੋਏ ਨੇ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ontario ਪੁਲਿਸ ਵੱਲੋਂ ਦੱਸਿਆ ਗਿਆ ਕਿ ਇੱਥੇ ਕਰੂਜ਼ਰ ਹਾਦਸੇ ਦਾ ਸ਼ਿਕਾਰ ਹੋਈ ਜਿਸ ਤੋਂ ਬਾਅਦ 2 ਜਾਣੇ ਜ਼ਖਮੀ ਹੋਏ ਨੇ। ਇਹ ਮਾਮਲਾ ਹਾਈਵੇ 401 ਤੋਂ ਸਾਹਮਣੇ ਆਇਆ। ਇਸ ਹਾਦਸੇ ਬਾਰੇ ਪੁਲਿਸ ਵੱਲੋਂ ਹੁਣ ਤੱਕ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸਿਰਫ ਕੁਝ ਗੱਲਾਂ ਦੀ ਹੀ ਸਾਂਝ ਪਾਈ ਗਈ ਹੈ। ontario ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਵਾਹਨਾਂ ਵਿੱਚੋਂ ਇੱਕ ਹਾਦਸੇ ਦਾ ਸ਼ਿਕਾਰ ਹੋਇਆ। ਟੋਰਾਂਟੋ ਫਾਇਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇੱਥੇ ਜਿਹੜਾ ਪਾਰਕ ਕੀਤਾ ਗਿਆ ਵਾਹਨ ਸੀ ਉਸ ਦੇ ਨਾਲ ਦੂਸਰਾ ਵਾਹਨ ਜਾ ਕੇ ਟਕਰਾ ਗਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਮੌਕੇ ਵਾਲੀ ਥਾਂ ਤੇ ਉੱਪਰ ਬੁਲਾਇਆ ਗਿਆ। ਇਸ ਦੌਰਾਨ ਵਾਹਨ ਅੱਗ ਦੀ ਲਪੇਟ ਵਿੱਚ ਆ ਚੁੱਕਿਆ ਸੀ। ਹੁਣ ਮਾਮਲੇ ਦੀ ਜਾਂਚ ਪੁਲਿਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਟਵਿੱਟਰ ਦੇ ਉੱਪਰ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਅਜੇ ਤੱਕ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹ ਸਾਂਝੀ ਕਰਨਗੇ। ਪਾਕਿਸਤਾਨ ਦੇ ਵਿੱਚ ਇਸ ਸਮੇਂ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। 1000 ਤੋਂ ਵੱਧ ਮੌਤਾਂ ਇਸ ਹੜ੍ਹ ਦੇ ਪਾਣੀ ਕਾਰਨ ਹੋ ਚੁੱਕੀਆਂ ਨੇ ਜਿਸ ਵਿੱਚ ਕਈ ਬੱਚੇ ਵੀ ਸ਼ਾਮਲ ਦੱਸੇ ਗਏ ਨੇ। ਖਾਲਸਾ ਏਡ ਵੀ ਅੱਗੇ ਆਈ ਹੈ ਜਿਨ੍ਹਾਂ ਵੱਲੋਂ ਪਾਕਿਸਤਾਨ ਦੇ ਵਿੱਚ ਮਦਦ ਭੇਜੀ ਜਾ ਰਹੀ ਹੈ। ਪਾਕਿਸਤਾਨ ਦੇ ਵਿੱਚ ਇਸ ਸਮੇਂ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਦੇ ਵਿੱਚ ਹੜ੍ਹ ਕਾਰਨ 33 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ ਜਿਸ ਤੋਂ ਬਾਅਦ ਸਰਕਾਰ ਨੇ ਮਦਦ ਦੀ ਅਪੀਲ ਕੀਤੀ ਹੈ। ਦੱਸੀਏ ਕਿ ਪਾਕਿਸਤਾਨ ਦੇ ਵਿੱਚ ਜੋ ਹੜ੍ਹ ਆਇਆ ਹੋਇਆ ਹੈ ਉਸ ਤੋਂ ਬਾਅਦ ਖਾਲਸਾ ਏਡ ਵੱਲੋਂ ਵੀ ਪਾਕਿਸਤਾਨ ਵਿੱਚ ਮਦਦ ਕੀਤੀ ਜਾ ਰਹੀ ਹੈ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਵੱਲੋਂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਵਾਸਤੇ ਖਾਸ ਅਪੀਲ ਕੀਤੀ ਗਈ ਹੈ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਵਿੱਚ ਇਸ ਸਮੇਂ ਟੈਂਟਸ ਦੀ ਜ਼ਰੂਰਤ ਹੈ ਜਿਸ ਸੰਬੰਧੀ ਉਹਨਾਂ ਨੇ ਸਾਰੀ ਡੀਟੇਲ ਇੱਕ ਪੋਸਟਰ ਰਾਹੀਂ ਸਾਂਝੀ ਕੀਤੀ। ਪਾਕਿਸਤਾਨ ਵਿੱਚ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ ਇਸ ਦੌਰਾਨ ਕੈਨੇਡਾ ਤੇ ਅਮਰੀਕਾ ਸਰਕਾਰ ਦੋਹਾਂ ਵੱਲੋਂ ਹੀ ਵੱਡੇ ਐਲਾਨ ਕੀਤੇ ਗਏ ਤਾਂ ਕਿ ਪਾਕਿਸਤਾਨ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਸਕੇ। ਹੁਣ ਪਾਕਿਸਤਾਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅੰਤਰਰਾਸ਼ਟਰੀ ਕਮਿਊਨਿਟੀ ਨੂੰ ਅਪੀਲ ਕੀਤੀ ਗਈ ਹੈ ਕਿ ਇੱਥੇ ਉਹਨਾਂ ਨੂੰ ਮਦਦ ਭੇਜੀ ਜਾਵੇ। ਦੱਸ ਦਈਏ ਕਿ ਹੜ੍ਹ ਕਾਰਨ ਕਾਫੀ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਇਸ ਹੜ੍ਹ ਨੂੰ ਲੈ ਕੇ ਕਈ ਅਧਿਕਾਰੀਆਂ ਅਤੇ ਮਾਹਰਾਂ ਵੱਲੋਂ ਕਿਹਾ ਗਿਆ ਕਿ ਇੱਥੇ ਬਿਨਾਂ ਮੌਸਮ ਦੇ ਜੋ ਬਰਸਾਤ ਹੋਈ ਹੈ ਉਸ ਕਾਰਨ ਹੜ੍ਹ ਆ ਗਏ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਯੂਨਾਈਟਿਡ ਨੇਸ਼ਨਸ ਅਤੇ ਪਾਕਿਸਤਾਨ ਵੱਲੋਂ $160 ਮਿਲੀਅਨ ਵਾਸਤੇ ਅਪੀਲ ਕੀਤੀ ਗਈ ਤਾਂ ਕਿ ਹੜ੍ਹ ਪ੍ਰਭਾਵਿਤਾਂ ਦੀ ਮਦਦ ਕੀਤੀ ਜਾ ਸਕੇ। ਦੱਸਿਆ ਜਾ ਰਿਹਾ ਕਿ 1 ਮਿਲੀਅਨ ਤੋਂ ਵੱਧ ਘਰ ਹੁਣ ਤੱਕ ਨੁਕਸਾਨੇ ਜਾ ਚੁੱਕੇ ਨੇ। ਹੜ੍ਹ ਕਾਰਨ 1265 ਲੋਕਾਂ ਦੀ ਜਾਨ ਚਲੀ ਗਈ ਜਿਸ ਵਿੱਚ 441 ਬੱਚੇ ਸ਼ਾਮਿਲ ਨੇ। ਪ੍ਰਧਾਨ ਮੰਤਰੀ ਵੀ ਲਗਾਤਾਰ ਇਸ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ। ਪਾਕਿਸਤਾਨ ਦੇ ਵਿੱਚ ਆਰਮੀ ਵੱਲੋਂ 147 ਰਿਲੀਫ ਕੈਂਪ ਵੀ ਲਗਾਏ ਗਏ ਜਿਸ ਵਿੱਚ ਉਹਨਾਂ ਵੱਲੋਂ ਜ਼ਰੂਰਤਮੰਦਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 250 ਮੈਡੀਕਲ ਕੈਂਪਸ ਦੇ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਹੁਣ ਸਿਹਤ ਅਧਿਕਾਰੀਆਂ ਵੱਲੋਂ ਇਸ ਗੱਲ ਨੂੰ ਲੈ ਕੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਪਾਣੀ ਦੇ ਕਾਰਨ ਕੋਈ ਬਿਮਾਰੀ ਨਾ ਫੈਲ ਜਾਵੇ। ਟੈਕਸਸ ਦੇ ਬਾਰਡਰ ਤੋਂ 9 ਲਾਸ਼ਾਂ ਮਿਲੀਆਂ ਨੇ। ਇਹਨਾਂ 9 ਜਾਣਿਆਂ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਅਧਿਕਾਰੀਆਂ ਦਾ ਕਹਿਣਾ ਹੈ ਕਿ 37 ਜਾਣਿਆਂ ਨੂੰ ਰੈਸਕਿਊ ਵੀ ਕੀਤਾ ਗਿਆ। ਹੋਰ ਕੀ ਡਿਟੇਲ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕੁਝ ਲੋਕ ਅਮਰੀਕਾ ਦਾ ਬਾਰਡਰ ਗੈਰ ਕਾਨੂੰਨੀ ਢੰਗ ਨਾਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਟੈਕਸਸ ਦੇ ਬਾਰਡਰ ਤੋਂ 9 ਮਾਈਗ੍ਰੈਂਟਸ ਮ੍ਰਿਤਕ ਮਿਲੇ ਹਨ। ਇਸ ਮਾਮਲੇ ਸੰਬੰਧੀ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਿਨ੍ਹਾਂ ਵੱਲੋਂ ਅਮਰੀਕਾ ਦਾ ਬਾਰਡਰ ਗੈਰ ਕਾਨੂੰਨੀ ਢੰਗ ਨਾਲ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ 9 ਮਾਈਗ੍ਰੈਂਟਸ ਉੱਥੇ ਉਹਨਾਂ ਨੂੰ ਮ੍ਰਿਤਕ ਮਿਲੇ ਨੇ। ਇਸ ਤੋਂ ਇਲਾਵਾ 37 ਨੂੰ ਰੈਸਕਿਊ ਕੀਤੇ ਜਾਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਵੱਲੋਂ ਰੀਓ ਗ੍ਰਾਂਡੇ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਅਧਿਕਾਰੀਆਂ ਵੱਲੋਂ ਇਸ ਮਾਮਲੇ ਸੰਬੰਧੀ ਸ਼ੁੱਕਰਵਾਰ ਨੂੰ ਇਹ ਗੱਲ ਕਹੀ ਗਈ ਸੀ ਕਿ ਏਜੰਟਸ ਨੂੰ 8 ਲੋਕ ਮ੍ਰਿਤਕ ਮਿਲੇ ਹਨ ਤੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਮੌਤਾਂ ਦਾ ਅੰਕੜਾ 9 ਤੱਕ ਪਹੁੰਚ ਚੁੱਕਿਆ ਹੈ। 3 ਜਾਣੇ ਮੈਕਸੀਕਨ ਅਥਾਰਟੀਜ਼ ਨੂੰ ਮਿਲੇ ਨੇ ਜਦਕਿ 6 ਜਾਣੇ ਯੂਐਸ ਏਜੰਟਸ ਨੂੰ ਮਿਲੇ। ਇਸ ਤੋਂ ਇਲਾਵਾ ਮੈਕਸੀਕਨ ਅਥਾਰਟੀਜ਼ ਵੱਲੋਂ ਨਦੀ ਦੇ ਨੇੜੇ 39 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੈਨ ਅੰਟੋਨੀਓ ਤੋਂ ਇੱਕ ਕਾਫੀ ਭਿਆਨਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਟਰੈਕਟਰ ਟ੍ਰੇਲਰ ਵਿੱਚ 53 ਮਾਈਗ੍ਰੈਂਟਸ ਮ੍ਰਿਤਕ ਮਿਲੇ। ਉਸ ਦੌਰਾਨ ਇਹ ਮੁੱਦਾ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਚੁੱਕਿਆ ਗਿਆ ਸੀ। ਜਿਹੜੇ ਉਸ ਦੌਰਾਨ ਮ੍ਰਿਤਕ ਪਾਏ ਗਏ ਉਹਨਾਂ ਵਿੱਚ 13 ਸਾਲਾ ਤੇ 14 ਸਾਲਾ ਗੁਆਟਾਮਾਲਾ ਨਾਲ ਸੰਬੰਧਿਤ ਦੱਸੇ ਗਏ ਜਦਕਿ 2 16 ਸਾਲਾ ਬੱਚੇ ਮੈਕਸੀਕੋ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਇਸ ਤੋਂ ਇਲਾਵਾ ਇਹ ਵੀ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ 7600 ਤੋਂ ਵੱਧ ਮਾਈਗ੍ਰੈਂਟਸ 3 ਸ਼ਹਿਰਾਂ ਵੱਲ ਭੇਜੇ ਗਏ ਨੇ। ਭਾਰਤ ਤੋਂ ਅਮਰੀਕਾ ਜਾਣ ਵਾਲਿਆਂ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਜਿਹੜੇ ਲੋਕ ਵਿਜ਼ਿਟਰ ਵੀਜ਼ਾ ਦੇ ਉੱਪਰ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਹੁਣ ਸਾਲ 2024 ਤੱਕ ਇੰਤਜ਼ਾਰ ਕਰਨਾ ਪਵੇਗਾ। ਅਪਾਇੰਟਮੈਂਟ ਦੇ ਵਾਸਤੇ ਕਾਫੀ ਜ਼ਿਆਦਾ ਲੰਬਾ ਇੰਤਜ਼ਾਰ ਹੋ ਚੁੱਕਿਆ ਹੈ ਜਿਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਅਮਰੀਕਾ ਦਾ ਵਿਜ਼ਿਟਰ ਵੀਜ਼ਾ ਲੈਣਾ ਹੁਣ ਕਾਫੀ ਔਖਾ ਹੋ ਗਿਆ। ਜਿਹੜੇ ਅਮਰੀਕਾ ਦੇ ਵਿੱਚ ਵਿਜ਼ਿਟਰ ਵੀਜ਼ਾ ਦੇ ਉੱਪਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਹੁਣ ਅਪਾਇੰਟਮੈਂਟ ਵਾਸਤੇ ਸਾਲ 2024 ਤੱਕ ਇੰਤਜ਼ਾਰ ਕਰਨਾ ਪਵੇਗਾ। ਤਾਜ਼ਾ ਜਾਣਕਾਰੀ ਜੋ ਸਾਹਮਣੇ ਆਈ ਹੈ ਉਸ ਮੁਤਾਬਕ ਭਾਰਤ ਤੋਂ ਅਮਰੀਕਾ ਦਾ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਯੂਐਸ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਦੇ ਉੱਪਰ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਭਾਰਤ ਤੋਂ ਅਮਰੀਕਾ ਦਾ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਹੁਣ ਸਾਲ 2024 ਦੇ ਮਾਰਚ ਤੋਂ ਅਪ੍ਰੈਲ ਮਹੀਨੇ ਤੱਕ ਇੰਤਜ਼ਾਰ ਕਰਨਾ ਪਵੇਗਾ। ਮੁੰਬਈ ਦੀ ਤੁਲਨਾ ਦੇ ਵਿੱਚ ਨਿਊ ਦਿੱਲੀ ਅੰਦਰ ਇਸ ਵੀਜ਼ਾ ਸੰਬੰਧੀ ਵੇਟਿੰਗ ਵੱਧ ਦੇਖਣ ਨੂੰ ਮਿਲ ਰਹੀ ਹੈ। ਜਿਹੜੇ ਨੈਸ਼ਨਲ ਕੈਪੀਟਲ ਦੇ ਵਿੱਚ ਅਪਾਇੰਟਮੈਂਟ ਲੈਣਗੇ ਉਹਨਾਂ ਨੂੰ 581 ਦਿਨਾਂ ਦਾ ਅਪਾਇੰਟਮੈਂਟ ਵਾਸਤੇ ਇੰਤਜ਼ਾਰ ਕਰਨਾ ਪਵੇਗਾ। ਮੁੰਬਈ ਦੇ ਵਿੱਚ ਇਹ ਵੇਟਿੰਗ ਪੀਰੀਅਡ 517 ਦਿਨਾਂ ਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੋਲਕਾਤਾ ਵਿੱਚ ਤਾਂ 587 ਦਿਨਾਂ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। ਹੁਣ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਇੰਨਾ ਜ਼ਿਆਦਾ ਇੰਤਜ਼ਾਰ ਵੀਜ਼ਾ ਸੰਬੰਧੀ ਕਿਉਂ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਹੈ ਜੋ ਸਟਾਫ ਦੀ ਕਮੀ ਹੈ। ਕਰੋਨਾ ਪੈਂਡੈਮਿਕ ਦਾ ਅਸਰ ਵੱਖ-ਵੱਖ ਚੀਜ਼ਾਂ ਦੇ ਉੱਪਰ ਪਿਆ। ਇਸੇ ਕਾਰਨ ਹੀ ਹੁਣ ਵੀਜ਼ਾ ਸੰਬੰਧੀ ਅਰਜ਼ੀਆਂ ਵੀ ਪ੍ਰਭਾਵਿਤ ਹੋ ਰਹੀਆਂ ਨੇ। ਜਦੋਂ ਤੋਂ ਹੀ ਯਾਤਰਾ ਸੰਬੰਧੀ ਪਾਬੰਦੀਆਂ ਖਤਮ ਕੀਤੀਆਂ ਗਈਆਂ ਉਦੋਂ ਤੋਂ ਹੀ ਭਾਰਤ ਤੋਂ ਵੀਜ਼ਾ ਸੰਬੰਧੀ ਡਿਮਾਂਡ ਕਾਫੀ ਵੱਧ ਦੇਖਣ ਨੂੰ ਮਿਲ ਰਹੀ ਹੈ। ਫਲੋਰੀਡਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ 75 ਫੁੱਟ ਦੀ ਯਾਚ 'ਚ ਅੱਗ ਲੱਗੀ ਹੈ। ਅੱਗ ਲੱਗਣ ਕਾਰਨ ਇੱਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਖਬਰ ਫਲੋਰੀਡਾ ਤੋਂ ਸਾਹਮਣੇ ਆਈ ਜਿੱਥੇ 75 ਫੁੱਟ ਦੀ ਯਾਚ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਅਥਾਰਟੀਜ਼ ਵੱਲੋਂ ਹੁਣ ਤੱਕ ਇਸ ਘਟਨਾ ਦੇ ਬਾਰੇ ਜੋ ਵੀ ਅਪਡੇਟ ਸਾਹਮਣੇ ਆਈ ਹੈ ਉਸ ਨਾਲ ਜਾਣੂ ਕਰਵਾਇਆ ਗਿਆ। ਇਸ ਮਾਮਲੇ ਦੀ ਜਾਣਕਾਰੀ ਐਵੈਂਚੁਰਾ ਪੁਲਿਸ ਡਿਪਾਰਟਮੈਂਟ ਵੱਲੋਂ ਸਾਂਝੀ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਕਿਉਂਕਿ ਉਹ ਇਸ ਦੌਰਾਨ ਕਾਫੀ ਜ਼ਖਮੀ ਹੋ ਗਿਆ ਜਿਸ ਬਾਰੇ ਵਿਭਾਗ ਵੱਲੋਂ ਟਵੀਟ ਵੀ ਕੀਤਾ ਗਿਆ ਹੈ। WSVN ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ ਕ੍ਰੂਜ਼ ਨੂੰ ਵਿਅਕਤੀ ਨੂੰ 에ਅਰ ਲਿਫਟਡ ਕਰਕੇ ਰੈਸਕਿਊ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਕਾਫੀ ਸੱਟਾਂ ਆਉਣ ਦੀ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ 75 ਫੁੱਟ ਦੀ ਯਾਚ ਨੂੰ 7:25 ਦੇ ਕਰੀਬ ਸ਼ਾਮ ਵੇਲੇ ਅੱਗ ਲੱਗ ਗਈ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਥੋਂ ਕਾਲੇ ਰੰਗ ਦਾ ਧੂੰਆਂ ਨਿਕਲ ਰਿਹਾ ਹੈ ਤੇ ਯਾਚ ਦੇ ਵਿੱਚ ਅੱਗ ਦੀਆਂ ਲਪਟਾਂ ਸਾਫ਼ ਦਿਖਾਈ ਦੇ ਰਹੀਆਂ ਨੇ। ਫਾਇਰ ਫਾਈਟਰਸ ਆਪਣੇ ਕੰਮ ਵਿੱਚ ਜੁਟੇ ਹੋਏ ਨੇ ਜਿੱਥੇ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਮਾਮਲੇ ਦੀ ਵਧੇਰੇ ਜਾਂਚ ਜਾਰੀ ਹੈ ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਬਾਰੇ 5 ਵੱਡੇ ਐਲਾਨ, 3 ਲੱਖ ਤੋਂ ਵੱਧ ਹੋਏ PR, 4 ਸੂਬਿਆਂ ਨੇ ਕੱਢੀ ਇਮੀਗ੍ਰੇਸ਼ਨ ਦੇ ਡਰਾਅ, PNP ਡਰਾਅ ਤਹਿਤ ਮਿਲੇ ਕਈਆਂ ਨੂੰ ਸੱਦੇ। ਆਇਲ ਰਿਫਾਈਨਰੀ ਵਿੱਚ ਵੱਡਾ ਧਮਾਕਾ, 8 ਜਾਣੇ ਹੋਏ ਜ਼ਖਮੀ। ਨਾਸਾ ਦੇ ਰਾਕੇਟ ਦਾ ਫਿਊਲ ਹੋਇਆ ਲੀਕ, ਚੰਦ ਤੱਕ ਰਾਕੇਟ ਭੇਜਣ ਦੀ ਸੀ ਕੋਸ਼ਿਸ਼। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।